ਗੁਰੂ ਪਿਆਰਿਓ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ। ਪਾਤਸ਼ਾਹ ਜੀ ਕਹਿੰਦੇ, ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹੇ ਕਰਮ ਕਮਾਏ। ਮਹਾਰਾਜ ਜੀ ਕਹਿੰਦੇ ਕਿ ਹੇ ਮੇਰੇ ਮਨ, ਜਿਸ ਨੂੰ ਤੂੰ ਸਿਮਰਦਾ ਹੈ, ਜਿਸ ਨੂੰ ਤੂੰ ਚੇਤੇ ਕਰਦਾ ਹੈ, ਜਿਸ ਨੂੰ ਤੂੰ ਯਾਦ ਕਰਦਾ ਹੈ, ਜਿਸ ਦਾ ਚਿੰਤਨ ਤੇਰੇ ਅੰਦਰ ਚੱਲਦਾ ਹੈ, ਤੂੰ ਵੈਸਾ ਹੀ ਬਣ ਜਾਂਦਾ ਹੈ। ਹੁਣ ਚਿੰਤਨ ਤੋਂ ਭਾਵ ਕੀ ਹੈ? ਸਵੇਰ ਤੋਂ ਸ਼ਾਮ ਤੱਕ ਬਹੁਤ ਕੁਝ ਐਸਾ ਹੈ ਜੋ ਲਗਾਤਾਰ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਉਹ ਕਾਮ ਨਾਲ ਸੰਬੰਧਿਤ ਹੋ ਸਕਦਾ ਹੈ, ਉਹ ਕ੍ਰੋਧ ਨਾਲ ਸੰਬੰਧਿਤ ਹੋ ਸਕਦਾ ਹੈ, ਉਹ ਲੋਭ ਨਾਲ ਸੰਬੰਧਿਤ ਹੋ ਸਕਦਾ ਹੈ, ਉਹ ਲਾਲਚ ਨਾਲ, ਉਹ ਸਵਾਰਥ ਨਾਲ। ਜੋ ਵਧੀਕ ਸਾਡੇ ਅੰਦਰ ਚੱਲਦਾ ਹੈ ਸਵੇਰ ਤੋਂ ਸ਼ਾਮ ਤੱਕ, ਆਪਾਂ ਕਹਿ ਸਕਦੇ ਹਾਂ ਕਿ ਆਪਾਂ ਉਹਦਾ ਚਿੰਤਨ ਕਰਦੇ ਹਾਂ, ਮਨਨ ਕਰਦੇ ਹਾਂ। ਔਰ ਜੋ ਸਾਰਾ ਦਿਨ ਸਾਡੇ ਅੰਦਰ ਚੱਲਦਾ ਹੈ, ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਮਹਾਰਾਜ ਕਹਿੰਦੇ ਅਸੀਂ ਵੈਸੇ ਬਣ ਜਾਂਦੇ ਹਾਂ। ਹਜ਼ਰਤ ਈਸਾ ਜੀ ਵੀ ਇਸ ਗੱਲ ਨੂੰ ਕੁਝ ਇਸ ਢੰਗ ਨਾਲ ਕਹਿੰਦੇ ਕਿ ਮਨੁੱਖ ਜੈਸਾ ਸੋਚਦਾ ਵੈਸਾ ਬਣ ਜਾਂਦਾ ਹੈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਜੇਫ ਕਿਲਰ ਦੀ ਕਿਤਾਬ ਹੈ। ਕਿਤਾਬ ਦਾ ਨਾਮ ਹੈ ਐਟੀਟਿਊਡ ਇਜ਼ ਐਵਰੀਥਿੰਗ। ਉਸ ਕਿਤਾਬ ਨੂੰ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਉਸ ਦੇ ਅੰਦਰ ਜੈਫ ਕਿਲਰ ਸਫਲਤਾ ਦੇ ਮੰਤਰ ਦੀ ਗੱਲ ਕਰਦਾ ਹੈ। ਤੇ ਜਦੋਂ ਮੈਂ ਉਹ ਸਫਲਤਾ ਦਾ ਮੰਤਰ ਪੜ੍ਹ ਰਿਹਾ ਸੀ ਨਾ, ਤੇ ਮੈਨੂੰ ਐਸਾ ਪ੍ਰਤੀਤ ਹੋ ਰਿਹਾ ਸੀ ਕਿ ਜੈਫ ਕਿਲਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹਨਾਂ ਬਚਨਾਂ ਦੀ ਹੀ ਵਿਆਖਿਆ ਕਰਦਾ ਪਿਆ। ਕਿਹੜੇ ਬਚਨਾਂ ਦੀ? ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹੇ ਕਰਮ ਕਮਾਏ। ਜੈਫ ਕਿਲਰ ਕਹਿ ਰਿਹਾ ਸੀ ਕਿ ਸਫਲਤਾ ਦਾ ਇੱਕ ਮਹਾਂ ਮੰਤਰ ਹੈ। ਉਹ ਕਹਿੰਦਾ ਕਿ ਤੁਹਾਡੀ ਸਫਲਤਾ ਨਿਸ਼ਚਿਤ ਹੋ ਜਾਂਦੀ ਹੈ 6 ਸ਼ਬਦਾਂ ਦੇ ਨਾਲ। ਅਗਰ 6 ਸ਼ਬਦ ਤੁਹਾਡੇ ਕੋਲ ਨੇ ਤੇ ਤੁਸੀਂ ਨਿਸ਼ਚਿਤ ਤੌਰ 'ਤੇ ਸਫਲ ਹੋਵੋਗੇ। ਭਾਵੇਂ ਸੰਸਾਰ ਦੀ ਗੱਲ ਕਰੋ, ਭਾਵੇਂ ਨਿਰੰਕਾਰ ਦੀ ਗੱਲ ਕਰੋ, ਚਾਹੇ ਪਦਾਰਥ ਦੀ, ਚਾਹੇ ਪਰਮਾਰਥ ਦੀ, ਚਾਹੇ ਧਰਮ ਦੀ ਗੱਲ ਕਰੋ, ਚਾਹੇ ਅਰਥ ਦੀ ਗੱਲ ਕਰੋ। ਬੇਸ਼ੱਕ ਉਹ ਇਸ ਕਿਤਾਬ ਦੇ ਅੰਦਰ ਧਰਮ ਦੀ ਗੱਲ ਨਹੀਂ ਕਰਦਾ, ਪਰਮਾਰਥ ਦੀ ਗੱਲ ਨਹੀਂ ਕਰਦਾ, ਅਰਥ ਦੀ ਗੱਲ ਕਰਦਾ, ਸਫਲਤਾ ਦੀ ਗੱਲ ਕਰਦਾ, ਸੰਸਾਰੀ ਸਫਲਤਾ ਦੀ ਗੱਲ ਕਰਦਾ। ਅੰਗਰੇਜ਼ੀ ਦੇ 6 ਸ਼ਬਦਾਂ ਦੀ ਉਹ ਗੱਲ ਕਰਦਾ ਹੈ। ਉਹ ਕਹਿੰਦਾ ਕਿ ਵੀ ਬਿਕਮ ਵਟ ਵੀ ਥਿੰਕ ਅਬਾਊਟ। ਇਹ 6 ਸ਼ਬਦ ਨੇ। ਇਹਨਾਂ ਦਾ ਅਰਥ ਕੀ ਹੈ? ਕਿ ਜੈਸਾ ਅਸੀਂ ਸੋਚਦੇ ਹਾਂ ਵੈਸਾ ਅਸੀਂ ਬਣ ਜਾਂਦੇ ਹਾਂ। ਹੁਣ ਥੋੜ੍ਹਾ ਜਿਹਾ ਧਿਆਨ ਦੇਣਾ ਪਏਗਾ ਕਿ ਅਸੀਂ ਸੋਚਦੇ ਕੀ ਹਾਂ। ਸਤਿਗੁਰੂ ਜੀ ਸਾਨੂੰ ਵਾਰ-ਵਾਰ ਸਮਝਾਉਂਦੇ ਨੇ ਕਿ ਥੋੜ੍ਹਾ ਜਿਹਾ ਆਪਣੇ ਅੰਦਰ ਵੱਲ ਝਾਤ ਮਾਰੋ। ਅੰਦਰ ਵੱਲ ਝਾਤ ਮਾਰਨ ਤੋਂ ਭਾਵ ਕੀ ਹੈ? ਕਿ ਸਾਨੂੰ ਘੱਟ ਤੋਂ ਘੱਟ ਇਸ ਗੱਲ ਦਾ ਗਿਆਨ ਹੋਵੇ ਕਿ ਸਾਰਾ ਦਿਨ ਸਾਡੇ ਅੰਦਰ ਚਿੰਤਨ ਕਿਸ ਚੀਜ਼ ਦਾ ਚੱਲਦਾ ਹੈ। ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼। ਕਿਹੜੀ ਚੀਜ਼ ਹੈ ਜਿਹੜੀ ਅਸੀਂ ਸਾਰਾ ਦਿਨ ਸੋਚਦੇ ਰਹਿੰਦੇ ਹਾਂ? ਕਿਹੜੀ ਚੀਜ਼ ਹੈ ਜਿਸ ਦਾ ਚਿੰਤਨ ਸਾਰਾ ਦਿਨ ਸਾਡੇ ਅੰਦਰ ਚੱਲਦਾ ਹੈ? ਜਿਸ ਦਾ ਵੀ ਚਿੰਤਨ ਚੱਲਦਾ ਹੈ, ਨਿਸ਼ਚਿਤ ਤੌਰ 'ਤੇ ਤੁਸੀਂ ਵੈਸੇ ਬਣ ਜਾਣਾ ਹੈ। ਮਹਾਰਾਜ ਕਹਿੰਦੇ, ਇਹ ਮਨ ਜੈਸਾ ਸੇਵੈ ਤੈਸਾ ਹੋਵੈ। ਕਿ ਹੇ ਮੇਰੇ ਮਨ, ਜਿਸ ਦਾ ਤੂੰ ਚਿੰਤਨ ਕਰਦਾ ਪਿਆ, ਜਿਸ ਨੂੰ ਤੂੰ ਚੇਤੇ ਕਰਦਾ ਪਿਆ, ਜਿਸ ਨੂੰ ਤੂੰ ਯਾਦ ਕਰਦਾ ਪਿਆ, ਉੱਠਦਿਆਂ ਬੈਠਦਿਆਂ ਤੂੰ ਸੱਚ ਕਰਕੇ ਜਾਣੀ ਕਿ ਤੂੰ ਵੈਸੇ ਬਣ ਜਾਣਾ ਹੈ। ਪਹਿਲਾ ਮਨ, ਪਹਿਲਾ ਵਿਚਾਰ, ਫਿਰ ਤੇਹੇ ਕਰਮ ਕਮਾਏ। ਤੂੰ ਵੈਸੇ ਹੀ ਕਰਮ ਕਰਨੇ ਸ਼ੁਰੂ ਕਰ ਦੇਣੇ ਨੇ। ਤੂੰ ਕੋਈ ਵੀ ਚੀਜ਼ ਜਿਹੜੀ ਹੈ ਸਾਡੇ ਜੀਵਨ ਵਿੱਚ ਆਉਂਦੀ ਹੈ, ਉਹ ਇੱਕ ਅੱਧੇ ਦਿਨ 'ਚ ਨਹੀਂ ਆ ਜਾਂਦੀ। ਸਫਲਤਾ ਦੀ ਗੱਲ ਕਰੋ, ਭਾਵੇਂ ਅਸਫਲਤਾ ਦੀ ਗੱਲ ਕਰੋ, ਵਿਕਾਰਾਂ ਦੀ, ਵਾਸ਼ਨਾਵਾਂ ਦੀ ਗੱਲ ਕਰੋ, ਕਿਸੇ ਚੀਜ਼ ਦੀ ਵੀ ਗੱਲ ਕਰੋ, ਭਗਤੀ ਦੀ, ਪਰਮਾਤਮਾ ਦੀ ਗੱਲ ਕਰੋ, ਇੱਕ ਦਿਨ 'ਚ ਨਹੀਂ, ਹੌਲੀ ਹੌਲੀ, ਅੱਜ, ਕੱਲ੍ਹ, ਪਰਸੋਂ ਜੋ ਚਿੰਤਨ ਅੱਜ ਅਸੀਂ ਕੀਤਾ, ਕੱਲ੍ਹ ਨੂੰ ਥੋੜ੍ਹਾ ਹੋਰ ਵਧੀਕ ਹੋ ਜਾਏਗਾ, ਪਰਸੋਂ ਥੋੜ੍ਹਾ ਹੋਰ ਵਧੀਕ ਹੋ ਜਾਏਗਾ। ਔਰ ਇੱਕ ਸਮਾਂ ਐਸਾ ਆਏਗਾ, ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਉਹ ਚਿੰਤਨ ਸਾਡੇ ਅੰਦਰ ਚੱਲਣਾ ਸ਼ੁਰੂ ਹੋ ਜਾਏਗਾ। ਔਰ ਜਿਸ ਚੀਜ਼ ਦਾ ਵੀ ਚਿੰਤਨ ਚੱਲੇਗਾ ਪਿਆਰਿਓ, ਅਸੀਂ ਵੈਸੇ ਹੀ ਬਣ ਜਾਣਾ ਹੈ। ਹੁਣ ਧਿਆਨ ਦੇਣ ਯੋਗ ਇਹ ਗੱਲ ਹੈ ਕਿ ਸਾਨੂੰ ਧਿਆਨ 'ਤੇ ਵੀ ਧਿਆਨ ਰੱਖਣਾ ਪਏਗਾ। ਸਾਨੂੰ ਇਸ ਬਾਰੇ ਗਿਆਤ ਹੋਣਾ ਚਾਹੀਦਾ ਕਿ ਅਸੀਂ ਕੀ ਸੋਚਦੇ ਹਾਂ। ਅਗਰ ਸਾਡੇ ਅੰਦਰ ਥੋੜ੍ਹੇ ਜਿਹੇ ਵੀ ਮਾੜੇ ਵਿਚਾਰ ਚੱਲਦੇ ਨੇ ਤੇ ਉੱਥੇ ਹੀ ਰੁਕਣਾ ਪਏਗਾ। ਅਗਰ ਨਾ ਰੁਕੇ
ਕਿਉਂਕਿ ਖੋਟੇ ਵਿਚਾਰ, ਕਾਮ ਨਾਲ ਲਵਰੇਜ ਵਿਚਾਰ ਜਿਹੜੇ ਹੁੰਦੇ ਨੇ, ਅਕਸਰ ਉਹਨਾਂ 'ਚ ਰਸ ਹੁੰਦਾ ਹੈ ਔਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉਹਨਾਂ ਨੂੰ ਆਪਣੇ ਅੰਦਰ ਸਿੰਚਦੇ ਰਹਿੰਦੇ ਹਾਂ, ਸਾਡੇ ਅੰਦਰ ਉਹ ਚੱਲਦੇ ਰਹਿੰਦੇ ਨੇ। ਔਰ ਇੱਕ ਸਮਾਂ ਐਸਾ ਆ ਜਾਂਦਾ ਹੈ ਕਿ ਸਾਡੇ ਚਿੰਤਨ ਦਾ ਜੋ ਮੁੱਖ ਬਿੰਦੂ ਹੈ ਉਹੀ ਕੰਮ ਬਣ ਜਾਂਦਾ ਹੈ, ਕਿਉਂਕਿ ਸਾਰਾ ਦਿਨ ਉਹੀ ਚਿੰਤਨ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਔਰ ਫਿਰ ਸਾਡੇ ਕਰਮ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡਾ ਵਿਵਹਾਰ ਜਿਹੜਾ ਹੈ ਉਹ ਸਾਫ਼ ਝਲਕਣਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਮਨ 'ਚ ਸੀ, ਫਿਰ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹ ਦੂਜਿਆਂ ਨੂੰ ਵੀ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਲਾਲਚ ਦੀ ਗੱਲ ਕਰੀਏ, ਪਹਿਲਾਂ ਮਨ 'ਚ ਬਣੇਗਾ, ਹੌਲੀ ਹੌਲੀ ਰੋਜ਼ਾਨਾ ਤੁਸੀਂ ਚਿੰਤਨ ਕਰੋਗੇ, ਹੌਲੀ ਹੌਲੀ ਉਹ ਤੁਹਾਡੇ ਕਰਮਾਂ 'ਚ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਹੀ ਦਵੈਸ਼ ਦੀ ਗੱਲ ਕਰਦੇ ਹਾਂ, ਵੈਰ ਦੀ ਗੱਲ ਕਰਦੇ ਹਾਂ, ਨਫ਼ਰਤ ਦੀ ਗੱਲ ਕਰਦੇ ਹਾਂ, ਇੱਕ ਦਿਨ 'ਚ ਨਹੀਂ, ਸਮਾਂ ਲੱਗੇਗਾ। ਔਰ ਫਿਰ ਅਸੀਂ ਗਿਲੇ ਕਰਦੇ ਹਾਂ ਕਿ ਸਾਡੇ ਮਨ ਦੇ ਅੰਦਰ ਇਹ ਖੋਟੇ ਵਿਚਾਰ ਕਿਉਂ ਹੁੰਦੇ ਨੇ। ਪਾਠ ਕਰਦੇ ਹਾਂ, ਸਾਨੂੰ ਦੁਖੀ ਹੋਣਾ ਪੈਂਦਾ ਹੈ, ਸੰਗਤ ਕਰਦੇ ਹਾਂ, ਸਾਨੂੰ ਦੁਖੀ ਹੋਣਾ ਪੈਂਦਾ ਹੈ, ਗੁਰਦੁਆਰੇ ਸਾਹਿਬ ਬੈਠਦੇ ਹਾਂ ਅਤੇ ਉੱਥੇ ਵੀ ਇਹ ਵਿਚਾਰ ਸਾਡੀ ਜਾਨ ਨਹੀਂ ਛੱਡਦੇ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜੜ ਜਿਹੜੀ ਹੈ ਨਾ, ਉਸ ਨੂੰ ਪਕੜਨਾ ਪਏਗਾ। ਔਰ ਜਿਸ ਤਰ੍ਹਾਂ ਕੋਈ ਕਿਸਾਨ ਹੈ, ਉਹਨੂੰ ਪਤਾ ਲੱਗ ਜਾਏ ਵੀ ਮੇਰੇ ਖੇਤ ਦੇ ਅੰਦਰ ਉਹ ਪੌਦੇ ਉਗਾਏ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ, ਉਹ ਕੀ ਕਰਦਾ? ਮਹਾਰਾਜ ਕਹਿੰਦੇ ਕਾਮ ਕ੍ਰੋਧ ਕਰੋ ਬਸੋਲੇ, ਗੋਡੋ ਧਰਤੀ ਪਾਈ। ਉਹ ਧਰਤੀ 'ਚੋਂ ਪੁੱਟ ਕੇ ਬਾਹਰ ਸੁੱਟ ਦਿੰਦਾ। ਕੋਈ ਇੱਕ ਵਿਚਾਰ ਵੀ ਤੁਹਾਡੇ ਮਨ 'ਚ ਪਣਪਦਾ ਹੈ, ਉਹ ਕਾਮ ਨਾਲ ਸੰਬੰਧਿਤ ਹੈ, ਕ੍ਰੋਧ ਨਾਲ, ਲੋਭ ਨਾਲ, ਉਹਨੂੰ ਅੱਗੇ ਵਧਣ ਨਹੀਂ ਦੇਣਾ, ਉਹਦੀ ਚੇਨ ਨਹੀਂ ਬਣ ਦੇਣੀ। ਅਗਰ ਚੇਨ ਬਣ ਗਈ ਹੈ ਤਾਂ ਉਸ ਤੋਂ ਛੁੱਟਣਾ ਬਹੁਤ ਔਖਾ ਹੋ ਜਾਂਦਾ ਹੈ। ਸੁਚੇਤ ਰਹਿਣਾ ਪਏਗਾ। ਜੇਕਰ ਚੇਨ ਬਣ ਗਈ ਹੈ ਤਾਂ ਤੁਹਾਨੂੰ ਹੋਸ਼ 'ਚ ਜਿਉਣਾ ਪਏਗਾ, ਉਸ ਨੂੰ ਵਾਰ-ਵਾਰ ਤੋੜਨਾ ਪਏਗਾ। ਉਹ ਕਾਮ ਦੇ ਵਿਚਾਰਾਂ ਦੀ ਹੈ, ਕ੍ਰੋਧ ਦੇ ਵਿਚਾਰਾਂ ਦੀ ਹੈ, ਜੈਸੀ ਵੀ ਹੈ। ਅਗਰ ਤੁਸੀਂ ਸੁਚੇਤ ਹੋ ਕੇ ਜਿਉਂਦੇ ਹੋ ਤੇ ਫਿਰ ਉਹ ਜਿਹੜੀ ਚੇਨ ਹੈ ਤੁਸੀਂ ਉਹਨੂੰ ਵਾਰ-ਵਾਰ ਤੋੜੋਗੇ। ਮਨ 'ਚ ਵਿਚਾਰ ਆਏਗਾ, ਉਸ ਤੋਂ ਹਟਾ ਕੇ ਤੁਸੀਂ ਦੂਜੇ ਪਾਸੇ ਆਪਣੇ ਮਨ ਨੂੰ ਲਾਣਾ। ਉਹ ਹੋਰ ਕੋਈ ਵੀ ਵਿਚਾਰ ਹੋ ਸਕਦਾ, ਗੁਰੂ ਨਾਲ ਸੰਬੰਧਿਤ ਹੋ ਸਕਦਾ ਹੈ, ਬਾਣੀ ਨਾਲ ਸੰਬੰਧਿਤ ਹੋ ਸਕਦਾ ਹੈ। ਉਹ ਕਹਿਣ ਦਾ ਅਰਥ ਕਿ ਤੁਸੀਂ ਆਪਣੇ ਮਨ ਨੂੰ ਉੱਥੋਂ ਹਟਾਉਣਾ ਹੈ। ਔਰ ਜਿਵੇਂ ਜਿਵੇਂ ਵਿੱਚੋਂ ਵਿੱਚੋਂ ਤੁਸੀਂ ਉਸ ਚੀਜ਼ ਨੂੰ ਤੋੜੋਗੇ, ਆਪਣੇ ਆਪ ਤੁਹਾਡਾ ਮਨ ਜਿਹੜਾ ਹੈ ਦੂਜੇ ਪਾਸੇ ਲੱਗਣਾ ਸ਼ੁਰੂ ਹੋ ਜਾਏਗਾ। ਤੋ ਇਹ ਮਨ ਜੈਸਾ ਸੇਮੈ ਤੈਸੋ ਹੋਮੈ, ਤੇਹ ਕਰਮ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।